ਹੁਣ ਇੱਕ ਤੇ ਸਰੀਰਿਕ ਬਲ ਹੈ, ਸਰੀਰਿਕ ਤਾਕਤ ਹੈ, ਸਰੀਰਿਕ ਸ਼ਕਤੀ ਹੈ। ਆਪਾਂ ਸਰੀਰ ਦਾ ਧਿਆਨ ਰੱਖਦੇ ਹਾਂ, ਉਹ ਚੀਜ਼ਾਂ ਖਾਂਦੇ ਹਾਂ, ਉਹ ਚੀਜ਼ਾਂ ਪੀਂਦੇ ਹਾਂ ਜਿਹਦੇ ਨਾਲ ਸਾਡਾ ਸਰੀਰ ਹਸ਼ਟ ਪੁਸ਼ਟ ਰਹੇ, ਸਰੀਰਿਕ ਤਾਕਤ ਸ਼ਕਤੀ ਬਣੀ ਰਹੇ। ਸਾਰਾ ਦਿਨ ਦੌੜ ਭੱਜ ਕਰਨੀ ਹੁੰਦੀ ਆ, ਆਪਾਂ ਕੰਮ ਧੰਦੇ ਕਰਨੇ ਹੁੰਦੇ ਨੇ, ਤਾਂ ਉਹਦੇ ਸਾਨੂੰ ਪਰੇਸ਼ਾਨੀ ਨਾ ਆਏ, ਦਿੱਕਤ ਨਾ ਆਏ, ਤਾਂ ਆਪਾਂ ਚੰਗਾ ਪੌਸ਼ਟਿਕ ਆਹਾਰ ਕਰਦੇ ਹਾਂ। ਫਿਰ ਆਪਾਂ ਇਹ ਵੀ ਧਿਆਨ ਰੱਖਦੇ ਹਾਂ ਜਿਹੜੀ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਹੈ ਉਹ ਵੀ ਬਣੀ ਰਹੇ। ਭਾਵ ਸਰੀਰਕ ਤੌਰ ਤੇ ਬਾਹਰੀ ਬਲ ਵੀ ਚਾਹੀਦਾ ਤੇ ਸਰੀਰਕ ਤੌਰ ਤੇ ਅੰਦਰੂਨੀ ਬਲ ਵੀ ਚਾਹੀਦਾ। ਪਰ ਪਿਆਰਿਓ, ਜਿੰਨਾ ਧਿਆਨ ਅਸੀਂ ਇਹਨਾਂ ਦੋਨਾਂ ਚੀਜ਼ਾਂ ਤੇ ਦਿੰਦੇ ਆ ਨਾ, ਉਦੋਂ ਅੱਧਾ ਧਿਆਨ ਵੀ ਅਸੀਂ ਤੀਜੀ ਚੀਜ਼ ਤੇ ਨਹੀਂ ਦਿੰਦੇ। ਉਹ ਤੀਜੀ ਚੀਜ਼ ਕਿਹੜੀ ਹੈ? ਮੈਂਟਲੀ ਸਟਰੋਂਗ ਹੋਣਾ। ਮਾਨਸਿਕ ਤੌਰ ਤੇ ਬੰਦੇ ਦਾ ਬਲਵਾਨ ਹੋਣਾ। ਇੱਕ ਬਚਨ ਹੈ, ਤੁਸੀਂ ਰੋਜ਼ ਪੜ੍ਹਦੇ ਹੋ ਰਾਤ ਸੌਣ ਵੇਲੇ, ਔਦ ਘਟੈ ਦਿਨ ਸਰੈ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਇਹ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵਿਓ ਇਹ ਰਸ, ਅਕਥ ਕਥਾ ਤਿਨ ਜਾਨੀ। ਜਾਕੋ ਆਏ ਸੂਈ ਬਿਹਾਜੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਕਰ ਮਹਿਲ ਪਾਵੂ ਸੁਖ ਸਹਿਜ, ਬਹੁਰ ਨਾ ਹੋਏ ਗੋ ਫੇਰਾ। ਨਿਜ ਕਰ ਮਹਿਲ ਪਾਵੂ ਸੁਖ ਸਹਿਜ। ਇੱਥੇ ਗੁਰੂ ਸਾਹਿਬ ਜੀ ਮਨ ਨੂੰ ਕਹਿ ਰਹੇ ਨੇ। ਮਨ ਜੀਤੈ ਜਗ ਜੀਤ, ਪਵਿੱਤਰ ਬਚਨ ਤੁਸੀਂ ਪੜ੍ਹਦੇ ਹੋ ਕਿ ਜਿਹੜਾ ਬੰਦਾ ਮਾਨਸਿਕ ਤੌਰ ਤੇ ਸਟਰੋਂਗ ਹੈਗਾ, ਮੈਂਟਲੀ ਤੌਰ ਤੇ ਸਟਰੋਂਗ ਹੈਗਾ, ਉਹ ਪੂਰੇ ਜਗਤ ਨੂੰ ਜਿੱਤਣ ਦੀ ਸਮਰੱਥਾ ਰੱਖਦਾ ਹੈ। ਜਿਹੜਾ ਮਨ ਤੇ ਜਿੱਤ ਪ੍ਰਾਪਤ ਕਰ ਲੈਂਦਾ। ਦੇਖੋ, ਕੁਝ ਕੁ ਬੰਦੇ ਨਾ ਵੀਕ ਹੁੰਦੇ ਨੇ। ਮੈਂ ਸਰੀਰਕ ਤੌਰ ਤੇ ਕਮਜ਼ੋਰੀ ਦੀ ਗੱਲ ਨਹੀਂ ਕਰਦਾ, ਮਾਨਸਿਕ ਤੌਰ ਤੇ ਵੀਕ ਹੁੰਦੇ ਨੇ। ਔਰ ਮਾਨਸਿਕ ਤੌਰ ਤੇ ਵੀਕ ਬੰਦਾ ਜਿਹੜਾ ਹੈ, ਉਹਦੇ ਕੁਝ ਕੁ ਲੱਛਣ ਹੁੰਦੇ ਨੇ। ਜੈਸੇ 2-4 ਲੱਛਣਾਂ ਦੀ ਆਪਾਂ ਗੱਲ ਕਰਦੇ ਹਾਂ। ਪਹਿਲਾ, ਜੇਕਰ ਮੰਨ ਲਓ ਅਸੀਂ ਮਾਨਸਿਕ ਤੌਰ ਤੇ ਸਟਰੋਂਗ ਨਹੀਂ ਹੈਗੇ, ਵੀਕ ਹਾਂ, ਕਮਜ਼ੋਰ ਹਾਂ, ਤਾਂ ਸਭ ਤੋਂ ਪਹਿਲਾ ਲੱਛਣ ਜਿਹੜਾ ਹੈ ਉਹ ਪਿਆਰਿਓ, ਆਪਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਲ ਤੇ ਲੈ ਲੈਂਦੇ ਹਾਂ। ਕਿਸੇ ਨੇ ਕੋਈ ਮਾੜੀ ਜੀ ਗੱਲ ਕਹਿ ਦਿੱਤੀ, ਆਪਾਂ ਉਸੇ ਵਕਤ ਟੁੱਟ ਗਏ। ਕਿਸੇ ਨੇ ਮਾੜੀ ਜੀ ਗੱਲ ਕਹਿ ਦਿੱਤੀ, ਆਪਾਂ ਉਸ ਗੱਲ ਨੂੰ ਦਿਲ ਤੇ ਲੈ ਕੇ ਬਹਿ ਗਏ। ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਤੋਂ ਹਾਰਟ ਹੋ ਜਾਂਦੇ ਆ ਆਪਾਂ। ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਤੋੜ ਦਿੰਦੀਆਂ ਨੇ। ਆਪਾਂ ਕੋਈ ਵੀ ਮਾੜੀ ਮੋਟੀ ਘਟਨਾ ਵਾਪਰ ਗਈ, ਉਹਨੂੰ ਦਿਲ ਤੇ ਲੈ ਲਿਆ। ਇਹ ਸਮਝੋ, ਜੇਕਰ ਇਹ ਤੁਹਾਡੇ 'ਚ ਲੱਛਣ ਹੈ ਤੇ ਤੁਹਾਨੂੰ ਇਸ ਸ਼ਬਦ ਨੂੰ ਦੁਬਾਰਾ ਪੜ੍ਹਨ ਦੀ ਜ਼ਰੂਰਤ ਹੈ। ਮਨ ਗੁਰਮਿਲ ਕਾਜ ਸਵਾਰੇ। ਦੂਜਾ ਲੱਛਣ ਪਿਆਰਿਓ, ਛੋਟੀਆਂ-ਛੋਟੀਆਂ ਗੱਲਾਂ ਦੀ ਚਿੰਤਾ ਕਰੀ ਜਾਣਾ, ਮਾੜੀਆਂ ਗੱਲਾਂ। ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਲ ਤੇ ਲੈਣਾ ਪਹਿਲਾ। ਦੂਜਾ, ਛੋਟੀਆਂ-ਛੋਟੀਆਂ ਗੱਲਾਂ ਦੀ ਚਿੰਤਾ ਦੇ ਵਹਿਣ 'ਚ ਬਹਿ ਜਾਣਾ ਬਸ। ਤੀਜਾ ਪਿਆਰਿਓ, ਛੋਟੀ ਜੀ ਗੱਲ ਤੇ ਆਊਟ ਆਫ ਕੰਟਰੋਲ ਹੋ ਜਾਣਾ। ਇੰਨਾ ਗੁੱਸਾ ਇੱਕ ਸੈਕਿੰਡ ਦੇ ਅੰਦਰ ਜੈਸੇ ਲਾਵਾ ਨਹੀਂ ਫੁੱਟਦਾ, ਐਵੇਂ ਬੰਦੇ ਦਾ ਰਿਐਕਸ਼ਨ ਹੋਣਾ। ਅਗਰ ਐਸਾ ਹੁੰਦਾ ਹੈ ਤੁਹਾਡੇ ਨਾਲ, ਤਾਂ ਇਹਦਾ ਅਰਥ ਹੈ ਤੁਸੀਂ ਵੀਕ ਹੋ ਮਾਨਸਿਕ ਤੌਰ ਤੇ, ਮੈਂਟਲੀ ਤੌਰ ਤੇ ਤੁਸੀਂ ਵੀਕ ਹੋ। 3 ਕਾਰਨ ਹੁਣ ਤੱਕ ਆਪਾਂ ਦੇਖੇ, 3 ਲੱਛਣ ਦੇਖੇ। ਛੋਟੀਆਂ-ਛੋਟੀਆਂ ਗੱਲਾਂ ਦਿਲ ਤੇ ਲੈਣੀਆਂ, ਛੋਟੀਆਂ-ਛੋਟੀਆਂ ਗੱਲਾਂ ਦੀ ਚਿੰਤਾ, ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸਾ ਹੋ ਜਾਣਾ। ਔਰ ਗੁੱਸਾ ਇੰਨਾ ਹੋਣਾ
जैसे लावा फुटदा है, एकदम विस्फोट होना। प्यार वालों, चौथा लक्षण जिहड़ा है डिसीजन ना लै पाना। कई बारी बंदा फैसला नहीं कर सकता, आ करा कि ना करा, इस तरह कर ला कि उस तरह कर ला, करा कि ना करा, डबल माइंडेड रहना। हुण जेकर इन्हां चों एक भी चीज तुहाडे अंदर है तो इहदा अर्थ है तुसीं मानसिक तौर ते स्टेबल नहीं हो, तुसीं सहज नहीं हो, तुसीं स्थिर नहीं हो, तुसीं टिकाऊ च नहीं हो। और जेकर तुसीं चाहते हो भी इस चीज तो बच जाइए तो थोड़ा ध्यान देना पेगा। खाण ते ध्यान दिता, पीण ते ध्यान दिता, सरीरिक कसरत असी पूरा ध्यान देंदे आ, शरीर नूं किवें फिट रखिया जा सके ध्यान देंदे आ। अगर बेध्यान आ तो शरीर भी जिहड़ा साडा डावाडोल हो जांदा छेती होए। हुण जिन्ना ध्यान असीं शरीर ते दे रहे हां, सानूं थोड़ा जिहा काम करना पेगा अपने मन ते। देखो, पहली गल ते यह है, हरेक बंदा अपने आप नाल गल करता है। आपां सैल्फ टॉक करते हैं बहुत सारे, तुसीं सवेर तो शाम तक देखो कई गल्लां जिहड़ियां ने असीं अपने आप नाल करते रहने हैं। चंगी गल है, अपने आप नाल गल करनी चंगी गल है। इनू ही गुरु साहब कहंदे, बंदे खोज दिल हर रोज ना फिर परेशानी माए। अपने आप नाल गल करनी चंगी गल है, करनी चाहिए है, पर यह ध्यान रखना है कि ऐसा ना होवे कि तुहानू नहीं पता तुहाडे अंदर की चलदा है, पर चलदा पिया है। तुहानू कोई खबर नहीं हैगी कि तुहाडे मन च की चलदा पिया। तुसीं कोई काम धंधा करदे पिओ, कार विहार करदे हो, पर कुछ चलदा रहिंदा है। वो चिंता हो सकती है, वो डर हो सकता है, वो शंका हो सकता है, वो वहम हो सकता, वो भरम हो सकता, पर चलदा पिया। अगर ऐसा है तो वो चीज जिहड़ी है तुहानू वीक बनाएगी, इमोशनली तौर ते, मानसिक तौर ते, भावनात्मक तौर ते तुहानू वो हौली 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 कमजोर कर देगी। देखो ना, तुहाडा घर है ते तुहाडे घर च कोई बंदा आउंदा है, कोई जांदा है, कोई सज्जण आ रहा है, कोई जा रहा है, कदी कदार तुहानू पता है भाई कौन अज आया सी, कौन अज गया है। पर जेकर तुहानू ये पता ही ना होवे भी तुहाडे घर कौन आ रहा है, कौन जा रहा है, तो दिक्कत हो जाएगी ना, परेशानी हो जाएगी। तुहानू पता ही नहीं तुहाडे घर कौन आ गया, कौन चला गया, तो वो चीज़ां चुरा के ले जा सकता है, तुहानू नुकसान पहुंचा सकता है, तुहाडे घर नूं नुकसान पहुंचा सकता है। अपने आप नाल गल करनी बड़ी चंगी गल है, पर हुण तुहाडे मन च कौन आ रहा है, कौन जा रहा है, किहड़े विचार आ रहे ने, किहड़े विचार जा रहे ने, वो तुहाडा नुकसान करनगे। अपने आप नाल गल करनी चंगी गल है, पर ध्यान रखना, सुचेत होना, होश च रहना भी की मेरे मन च चलदा है। हाँ पक्षी विचार किन्ने ने, ना पक्षी विचार किन्ने ने, पॉजिटिव थॉट किन्ने ने, नेगेटिव किन्ने ने, कि मेरे मन दे अंदर ज्यादा नकारात्मक विचार तो नहीं चलते रहंदे जो बिना इजाजत तो मेरे अंदर आ जाते ने और चलते रहंदे ने। अगर ऐसा है तो नुकसान करनगे। जैसे चोर नुकसान कर सकता है, वो तुहानू पता नहीं लगन दिंदा कदों तुहाडे घर आया, कदों तुहाडे घर तो चीज़ां लै गया। महाराज कहते इस देही अंदर पंच चोर वसै, काम क्रोध लोभ मोह हंकारा, अमृत लूटे मनमुख नहीं पूजे। अगर सुचेत ना होए तो तुहानू कमजोर कर देंगे, क्योंकि तुहाडे अंदर दा अमृत लुट लैणगे, जिन्हें तुहानू स्थिरता देनी है, जिन्हें तुहानू टिकाऊ देना है, जिन्हें तुहानू स्थिर करना है, जिन्हें तुहाडे मन नू पूरे बैलेंस च रखना है, तुहाडे अंदर नू जिथे
असर नहीं होएगा लाभ का नुकसान का, जिथे असर नहीं होएगा दुख का सुख का, ऐसी अवस्था बन जाती है। हुण जेकर तुसी ध्यान नहीं दोगे तो प्यारिओ फिर बहुत ज्यादा संभावना यह है कि तुसी लुटे जाओगे, तुहाडे अंदर दा अमृत लुटिया जा सकता है। अगर तुसी थोड़ा जिहा सुचेत हुंदे हो ते सतगुरु की कहंदे ने, महाराज कहंदे नैनो नींद पर दृष्ट विकार, सरवण सोई सुन निंद विचार, रसना सोई लो मीठे साध, मन सोया माया बिस्माद, इस गृह में जो जागत रहे, साबत वस्तु सो अपनी लहे। जिहड़ा सुचेत है वो लुटिया नहीं जाएगा, जिहड़ा गाफलताई दी नींद सौ गया वो लुटिया जाएगा। इस चीज ते बहुता ध्यान देना है कि तुहाडे अंदर चलदा है, तुहाडे अंदर मनन की चलदा है। अगर थोड़ा जिहा ध्यान देंगे तो गल बनेगी। दूजी, अगर आपां छोटियां छोटियां गल्लां दी चिंता, छोटे छोटे डर, छोटे छोटे सहम, छोटे छोटे वहम, ते बहुत जल्दी गुस्से च हो जाना, बहुत जल्दी इरीटेट हो जाना, बहुत जल्दी डिप्रैशन का शिकार हो जाना, होर भी बहुत सारिया चीज़ां इहदे नाल जुड़ जांदियां ने। तो उहदे लई सतगुरु जी कहंदे फिर तुहानूं काम करना पेगा अपने आप ते, अपने मन ते, मैंटली स्ट्रोंग तुहानूं बनना पेगा। उहदे लई फिर महाराज कहंदे औद घटै दिन सिरै नारे, मन गुरमिल काज सवारे। हे मेरे मन, गुरु नाल संबंध बना, गुरु नाल जुड़, गुरु तेनू स्थिरता देगा, गुरु तेनू टिकाओ देगा। प्रभ की उस्तत करो संत मीत, सावधान एकाग्र चीत। किवें एकाग्र होया जाए, किवें मन नू टिका च लियांदा जाए, ये भगती बंदगी इबादत दे जरिए ही पता लगता है। शुरू तो नहीं टिकेगा मन, दौड़ेगा। जिवें तुसी हौली हौली अपने वल परतोगे, अपने वल वापस आओगे, तिवें 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 फिर हौली हौली मन टिकना शुरू हो जाएगा। और हौली हौली पातशाह जी कहते औद घटै दिन सिरै नारे, मन गुरमिल काज सवारे। ये संसार बेकार संशय में, पता नहीं किन्ने को संशय, किन्ने को सहम, किन्ने को वहम, किन्ने को भरम, किन्ने को डर, किन्निया को चिंतावां, बेकार, बिना कोई अर्थ भी नहीं हुंदा। कई बार तुसी देखो कुछ डर ना बिना कारण तो ही साडे मन दे अंदर बने रहिंदे, आदत बन जाती बंदे दी। डर लगदा रहिंदा ऐसे बिना कुछ भी नहीं हैगा, फिर भी बंदे दा सहम बनया रहिंदा अंदर। ये संसार बेकार संशय में तरियो ब्रह्म ज्ञानी, जिसै जगाए पियावे इहो रस, अकथ कथा तिन जाने। जाको आए सुई बिहाजो, हर गुरते मन है बसेरा। महाराज कहते जदों रहमत हुंदी है, गुरु रहमत करदा है, गुरु बख्शिश करदा है, मन च आके वस जांदा है अकाल पुरख। नस वंजो किल विखो करता घर आया। जदों इस घर दा असल मालक इस घर च आके टिक जांदा है, तो फिर सहम, फिर डर, फिर शंके, फिर चिंतावां, फिर झोरे खत्म। फिर मानसिक कमजोरी नहीं रहेगी। फिर प्यार वाले ये चीज़ां तुहानूं दुखी नहीं करनगियां, तुहानूं परेशान नहीं करनगियां। हर गुरते मने बसेरा। फिर क्या होगा? निज कर महल पावो सुख सहजे। निज घर, असल घर जिहड़ा है तुहाडा अपना घर जिहड़ा है, जिन्हों सतगुरु जी कहते जिस जल निध कारण तुम जग आए, सुमृत गुर पाही जियो। छोडो वेस पेक चतुराई, दुबदा ए फल नाही जियो। मन रे सिर रहो। असल कर, निज कर,
मन रे थिर रहो मत कत जाही जियो। पातशाह कहते मेरे मन थिर हो जा, मन गुरमिल काज सवारे, मन टिक जा, सिर हो जा। मत कत जाही जियो, किते जान की जरूरत नहीं है। बाहर ढूंढत बहुत दुख पावे। बाहर दी दौड़ की है? वहम, चिंता, डर, शंके। जदों बाहर नूं दौड़ोगे चीज़ां तुहाडे ते हावी होणगियां। फिर ये चीज़ां जिहड़ियां ने हौली हौली भारी हुंदियां जांदियां ने। और जदों प्यारिओ ये चीज़ां तुहाडे अंदर आके बैठ जांदियां ने तो तुसी सही मायने च कदी हस नहीं पाओगे। नकली हसोगे, विखावे दा हसोगे, पर जिंदगी चो हासा गायब, जिंदगी चो सुकून गायब। सुकून नहीं लभेगा कितों। जिथे भी जाओगे, जिथे भी भाल करोगे, सुकून नाम की चीज नहीं लभेगी तुहानू। मन की स्थिरता, सुकून, हिरदे दा खड़ाओ, अंदर दा चाओ, अंदर दा खेड़ा, ये चीज़ां भालियां भी तुहानू दूर दुराटे नहीं लभणगियां। तुसीं लभोगे, लभणियां कोई नहीं। किवें लभणगियां ओहदा हल गुरु साहब जी सानू दसदे ने। मन रे थिर रहो मत कत जाही जियो। बाहर ढूंढत बहुत दुख पावें, घर अमृत घट माही जियो। इन्हां दिक्कतां तो निजात पाने दे लई गुरु साहब कहंदे बाहर दी दौड़ भज नहीं है, अंदर वाल आउणा पएगा। सरीरक तौर ते देखो, जेकर तुसी ताकत तुहानू चाहिए तुहानू बाहरों लभेगी। चंगा खाना बाहरों लभदा है, चंगा पीना बाहरों लभदा है। पर हुण ऐसी कोई दुकान नहीं है जिथे तुसीं जाके कहो भी मैं थोड़ा वीक हाँ मानसिक तौर पर, मैंटली तौर पर मैं स्टेबल नहीं रहिंदा और छोटिया छोटिया गल्लां ते मैं चिंता कर लग पैना, छोटिया छोटिया गल्लां ते मैं लड़न लग पैना, छोटिया छोटिया गल्लां करके मैं सौ नहीं पांदा, छोटिया छोटिया गल्लां करके मैं सारा दिन परेशान रहना। इहदी दवाई दे दे मैनू कोई भाई। कौन देगा दवाई? दसो इहदी। किसी कोल दवाई नहीं हैगी इहदी। इहदा इलाज तुहाडे कोल है, तुहानू ही लभना पैना है, होर किसी कोल नहीं हैगा। तुहानू खुद नू ही इलाज करना पैना है अपना, बाहर किते नहीं हैगा। निज कर महल पावो सुख सहजे, बौहर ना होए गो फेरा। अंतर जामी पुरख बिदाते, शरदा मन की पूरे। नानक दास यह सुख मांगे, मुख कर संतन की तूरे। बाहर ढूंढत बहुत दुख पावे, घर अमृत घट माही जियो। फिर सतगुरु जी कहते ज्यों कस्तूरी मिर्ग ना जाने, भरम दा भरम भुलाया। कस्तूरी मिर्ग दी नाभि च है, वह लभदा सज्जे खब्बे फिरदा, लभदा बाहर फिरदा, क्योंकि उन्होंने महक आउंदी है। वह महक जिहड़ी उन्होंने टिकन नहीं दिंदी, आउंदी उहदे अंदरों ही है। एक सज्जन दे बचन मैं पढ़दा सी, पता नहीं वो कितने को सही ने, तुहाडे नाल साझे कर दिंदा। वो कहंदा है कि बंदा सारी उम्र उस अवस्था की भाल करदा है जिहड़ी अवस्था उन्होंने माता दे उदर च प्राप्त होंदी है। जदों मां दे पेट च हुंदा है ना, जिहड़ा सुकून उन्होंने उत्थे है, वो कहंदा सारी उम्र लभदा रहिंदा वो बंदा, उहदी सुगंध हुंदी रहिंदी है। गुरु साहब जी की कहंदे माता के उदर मैं प्रतिपाल करे, सो क्यों मनो विसारी है। लिव छुड़की लगी तृष्णा, माया अमर व्रताया। जदों बंदा संसार च आउंदा है, उहदे लई गुरु साहब शब्द लिव छुड़की लगी तृष्णा, माया अमर व्रताया। अगर थोड़ा जिहा इनू गहरे च सोचांगे विचारांगे ते
ਇਹ ਨੇੜੇ ਹੈ ਸੱਚ ਦੇ, ਕਿ ਬੰਦਾ ਭਾਲ ਕਰਦਾ ਹੈ, ਬੰਦਾ ਭਾਲ ਕਰਦਾ ਹੈ ਉਸੇ ਸਕੂਨ ਨੂੰ, ਉਸੇ ਟਿਕਾਓ ਨੂੰ, ਉਸੇ ਆਨੰਦ ਨੂੰ ਜਦੋਂ ਦੀ ਲਿਵ ਜੁੜੀ ਹੁੰਦੀ ਹੈ। ਪਰ ਲਿਵ ਛੁੜ ਕੇ ਲੱਗੇ ਤ੍ਰਿਸ਼ਨਾ, ਲਿਵ ਟੁੱਟਦੇ ਹੀ ਤ੍ਰਿਸ਼ਨਾ ਦੇ ਅਧੀਨ ਬੰਦਾ ਹੋ ਜਾਂਦਾ ਹੈ। ਔਰ ਤ੍ਰਿਸ਼ਨਾ ਦੇ ਅਧੀਨ ਹੁੰਦਿਆਂ ਸਾਰ ਹੀ ਲਾਭ ਨੁਕਸਾਨ, ਹਾਰ ਜਿੱਤ, ਵਹਿਮ ਭਰਮ, ਡਰ, ਸ਼ੰਕੇ, ਪੀੜਾ, ਚਿੰਤਾ, ਝੋਰੇ, ਵਿਆਧੀਆਂ, ਇਹ ਬੰਦੇ ਨੂੰ ਕਾਬੂ ਕਰ ਲੈਂਦੀਆਂ ਨੇ, ਬੰਦੇ ਤੇ ਪਕੜ ਬਣਾ ਲੈਂਦੀਆਂ ਨੇ। ਲਿਵ ਜੁੜ ਗਈ, ਉਹੀ ਅਵਸਥਾ ਫਿਰ ਮਿਲ ਜਾਣੀ ਹੈ। ਲਿਵ ਟੁੱਟੀ ਹੋਈ ਹੈ ਨਾ, ਜਦੋਂ ਲਿਵ ਜੁੜ ਗਈ, ਜਿਹੜੀ ਚੀਜ਼ ਨਾਲ ਤੁਹਾਡੀ ਲਿਵ ਜੁੜ ਜਾਂਦੀ ਉਹ ਤੁਹਾਨੂੰ ਮਿਲ ਜਾਂਦੀ ਹੈ। ਤੁਸੀਂ ਕਦੀ ਖਿਆਲ ਕੀਤਾ? ਜਿਹਦੇ ਨਾਲ ਜੁੜ ਗਈ ਉਹ ਮਿਲ ਗਈ। ਧਨ ਦੀ ਗੱਲ ਕਰੀਏ, ਅਗਰ ਤੁਸੀਂ ਧਨੀ ਹੋ ਤੇ ਕਦੀ ਨਾ ਕਦੀ ਤੁਹਾਡੀ ਲਿਵ ਰਹੀ ਹੋਏਗੀ ਦੌਲਤ ਨਾਲ। ਪਦਵੀ ਹੈ ਤਾਂ ਕਦੀ ਨਾ ਕਦੀ ਲਿਵ ਰਹੀ ਹੋਏਗੀ, ਉਸ ਪਦਵੀ ਨਾਲ ਮਿਲ ਗਈ, ਅੱਜ ਨਹੀਂ ਤੇ ਕੱਲ ਮਿਲੇਗੀ। ਲਿਵ ਤੇ ਹਰੇਕ ਬੰਦੇ ਦੀ ਜੁੜੀ ਹੋਈ ਹੈ, ਪਰ ਜੁੜੀ ਹੋਈ ਹੈ ਵੱਖ-ਵੱਖ ਚੀਜ਼ਾਂ ਨਾਲ। ਹੁਣ ਜਿਹੜੀ ਚੀਜ਼ ਨਾਲ ਜੁੜੀ ਹੋਈ ਉਹ ਤੇ ਮਿਲ ਗਈ ਤੁਹਾਨੂੰ, ਪਰ ਉਹਦੇ ਚ ਉਹ ਨਹੀਂ ਮਿਲੇਗਾ ਜੋ ਤੁਸੀਂ ਲੱਭਦੇ ਹੋ। ਉਹ ਤੇ ਤਾਂ ਹੀ ਮਿਲੇਗਾ ਨਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਮਰ ਵਰਤਾਇਆ, ਉਹ ਤਾਂ ਹੀ ਮਿਲੇਗੀ ਜਿਹਦੇ ਨਾਲ ਉਹ ਲਿਵ ਟੁੱਟੀ ਹੈ, ਉਹਦੇ ਨਾਲ ਫਿਰ ਜੁੜ ਜਾਏ। ਔਰ ਉਹਦੇ ਨਾਲ ਤਾਂ ਜੁੜੇਗੀ ਮਨ ਗੁਰਮਿਲ ਕਾਜ ਸਵਾਰੇ, ਉਹਦੇ ਨਾਲ ਲਿਵ ਜੁੜਦੀ ਹੈ ਗੁਰੂ ਦੀ ਕਿਰਪਾ, ਗੁਰੂ ਦੇ ਤਰਸ ਦੇ ਨਾਲ। ਗੁਰੂ ਕਿਰਪਾ ਕਰਦਾ ਤੇ ਫਿਰ ਪਿਆਰਿਓ ਦੁਬਾਰਾ ਉਹ ਟੁੱਟੀ ਹੋਈ ਲਿਵ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ, ਉਹ ਟੁੱਟੀ ਹੋਈ ਲਿਵ ਫਿਰ ਦੁਬਾਰਾ ਜੁੜੇਗੀ। ਜਾ ਕੋ ਆਏ, ਜਿਸ ਲਈ ਆਏ, ਸੋਈ ਬਿਹਾਜੋ, ਉਹੀ ਵਣਜ ਕਰੋ, ਉਹੀ ਵਪਾਰ ਕਰੋ, ਉਹਦੀ ਵੀ ਭਾਲ ਕਰੋ। ਭਾਲ ਤੇ ਦੇਖੋ ਆਪਾਂ ਕਰਦੇ ਹਾਂ, ਪਰ ਭਾਲ ਜ਼ਰੂਰ ਹੈ, ਪਰ ਜਿਹੜੀਆਂ ਚੀਜ਼ਾਂ 'ਚ ਅਸੀਂ ਭਾਲ ਕਰਦੇ ਹਾਂ ਉੱਥੇ ਉਹ ਨਹੀਂ ਹੈਗਾ। ਜੋ ਵੀ ਜਿਹਨੂੰ ਵੀ ਅਸੀਂ ਸਮਝਦੇ ਹਾਂ ਧਨ ਦੌਲਤ ਸੰਪਤਾ, ਸੁਖ ਸੁਵਿਧਾਵਾਂ ਦੇ ਸਾਧਨ, ਅਮੀਰੀ ਦੌਲਤ, ਪਦਵੀ, ਅਹੁਦੇ, ਮਾਣ ਸਨਮਾਨ, ਬਹੁਤ ਕੁਝ, ਭਾਲ ਦੇ ਅਖੀਰ ਉੱਥੇ ਹੀ ਹੈ ਨਾ। ਕਿਉਂਕਿ ਜੋ ਤੁਹਾਨੂੰ ਮਿਲਿਆ ਹੈ, ਜਿੰਨਾ ਮਿਲਿਆ ਹੈ, ਥੋੜਾ ਸਕੂਨ ਦੇਗਾ। ਕਹਿੰਦੇ ਜਦੋਂ ਜੋ ਵਿਅਕਤੀ ਐਵਰੈਸਟ ਤੇ ਪਹੁੰਚਿਆ ਸੀ, ਉਹਦਾ ਨਾਮ ਮੈਨੂੰ ਧਿਆਨ ਨਹੀਂ ਆ ਰਿਹਾ, ਪਹਿਲੀ ਵਾਰ ਜਦੋਂ ਪਹੁੰਚਿਆ ਉਹਨੂੰ ਖੁਸ਼ੀ ਬਹੁਤ ਸੀ, ਪਹਿਲਾ ਬੰਦਾ ਹਾਂ, ਮੈਂ ਪਹੁੰਚ ਗਿਆ ਹਾਂ। ਬੜਾ ਵੱਡਾ ਮਾਣ ਸੀ, ਬੜਾ ਵੱਡਾ ਸਤਿਕਾਰ ਸੀ, ਪੂਰੀ ਦੁਨੀਆ ਚੋਂ ਇੱਜ਼ਤ ਮਿਲਣੀ ਸੀ, ਮਾਣ ਮਿਲਣਾ, ਉਹ ਬੰਦਾ ਫਲਾਣਾ ਜਿਹੜਾ ਪਹੁੰਚ ਗਿਆ। ਪਰ ਉਹਦੇ ਨਾਲ ਹੀ ਉਹਦੇ ਮਨ ਦੇ ਅੰਦਰ ਇੱਕ ਗਮ ਵੀ ਸੀ, ਇੱਕ ਦੁੱਖ ਵੀ ਸੀ। ਖੁਸ਼ੀ ਬੜੀ ਸੀ, ਚਾਅ ਬੜਾ ਸੀ, ਪਰ ਉਹਦੇ ਨਾਲ ਇੱਕ ਗਮ ਵੀ ਸੀ, ਇੱਕ ਦੁੱਖ ਵੀ ਸੀ। ਕੀ ਦੁੱਖ ਸੀ? ਹੁਣ ਅੱਗੇ ਕੀ ਕਰਾਂ, ਅੱਗੇ ਕਿਹੜੀ ਚੀਜ਼ ਸਰ ਕਰਾਂ? ਇੱਥੇ ਤੇ ਪਹੁੰਚ ਗਿਆ, ਇਦੋਂ ਅੱਗੇ ਤੇ ਹੈ ਹੀ ਕੁਝ ਨਹੀਂ, ਹੁਣ ਕਿੱਥੇ ਅੱਗੇ ਚੜਾਂ ਮੈਂ? ਇਹਦਾ ਅਰਥ ਕੀ ਹੈ ਕਿ ਜਿਹੜੀ ਚੀਜ਼ ਤੋਂ ਤੁਹਾਨੂੰ ਸੁੱਖ ਦਿਸਦਾ, ਜਦੋਂ ਤੁਸੀਂ ਉੱਥੇ ਪਹੁੰਚੋਗੇ ਇੱਕ ਵਾਰੀ ਤੇ ਤੁਹਾਨੂੰ ਸਕੂਨ ਮਿਲੇਗਾ, ਪਰ ਉਹ ਸਕੂਨ ਜ਼ਿਆਦਾ ਸਮਾਂ ਨਹੀਂ ਰਹੇਗਾ। ਅੱਗੇ ਚਲੇ ਜਾਓਗੇ, ਹੋਰ ਅੱਗੇ ਚਲੇ ਜਾਓਗੇ, ਹੋਰ ਅੱਗੇ ਜਾਓਗੇ। ਉਹਨਾਂ ਸਮਾਂ ਐਸਾ ਹੁੰਦਾ ਰਹੇਗਾ ਜਿੰਨਾ ਸਮਾਂ ਅਸਲ ਚੀਜ਼ ਨਾਲ ਤੁਹਾਡੀ ਲਿਵ ਜੁੜਦੀ ਨਹੀਂ, ਉਹਨਾਂ ਸਮਾਂ ਭਟਕਾ ਬਣਿਆ ਰਹੇਗਾ। ਉਹਨਾਂ ਸਮਾਂ ਛੋਟੀਆਂ ਮੋਟੀਆਂ ਦਿੱਕਤਾਂ ਸਾਨੂੰ ਪਰੇਸ਼ਾਨ ਕਰਦੀਆਂ ਰਹਿਣਗੀਆਂ। ਤੋ ਪਿਆਰਿਓ, ਕੋਸ਼ਿਸ਼ ਕਰਨੀ ਹੈ, ਯਤਨ ਕਰਨਾ ਹੈ, ਜੁੜ ਕੇ ਗੁਰੂ ਦੀ ਰਹਿਮਤ, ਗੁਰੂ ਦਾ ਤਰਸ, ਗੁਰੂ ਦੀ ਕਿਰਪਾ, ਗੁਰੂ ਦਾ ਪ੍ਰਸ਼ਾਦ, ਨਜ਼ਰੇ ਇਨਾਇਤ ਪ੍ਰਾਪਤ ਕਰਕੇ ਆਪਾਂ ਮੈਂਟਲੀ ਤੌਰ ਤੇ ਸਟਰੋਂਗ ਬਣ ਸਕਦੇ ਹਾਂ ਔਰ ਇਹਨਾਂ ਚੀਜ਼ਾਂ ਤੋਂ ਨਿਜਾਤ ਪਾ ਸਕਦੇ ਹਾਂ। ਅੱਗੇ ਕੱਲ ਦੇ ਦੀਵਾਨਾਂ 'ਚ ਸਮੂਹ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।